ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਾਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪਰਿਵਾਰ ਦੇ ਨਾਲ ਸਿੱਖਸ ਫਾਰ ਅਮਰੀਕਾ ਦੇ ਚੇਅਰਮੈਨ ਦੀ ਅਹਿਮ ਮੀਟਿੰਗ। ਜਸਦੀਪ ਸਿੰਘ ਦੀ ਅਗਵਾਈ ਵਿੱਚ ਟਰੰਪ ਚੋਣ ਸਮਾਗਮਾਂ ਵਿੱਚ ਭਰੀ ਜਾ ਰਹੀ ਹੈ ਹਾਜ਼ਰੀ। ਸਿੱਖ ਯੂਥ ਐਡਮਿੰਟਨ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਨੇ ਉਪਰਾਲੇ। ਸਿੱਖਾਂ ਵੱਲੋਂ ਲੋਕਾਂ ਨੂੰ ਰਾਸ਼ਨ ਤੋਂ ਇਲਾਵਾ ਵੰਡੇ ਜਾ ਰਹੇ ਨੇ ਸੈਨੀਟਾਈਜ਼ਰ ਤੇ ਮਾਸਕ। ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਗੁਰਮੀਤ ਚੀਮਾ ਨਾਂ ਦੇ ਪੰਜਾਬੀ ਦੀ ਅਣਗਹਿਲੀ ਕਾਰਨ ਵਾਪਰਿਆ ਭਿਆਨਕ ਹਾਦਸਾ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਕਈ ਲੋਕ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀ ਉਹਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਚੱਕਰਵਾਤੀ ਤੂਫਾਨ ਦੇ ਕਾਰਨ ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਗੌਰਤਲਬ ਹੈ ਕਿ ਕੋਸਟਲ ਇਲਾਕੇ ਦੇ ਵਿੱਚ ਹਰ ਸਾਲ ਖਤਰਨਾਕ ਚੱਕਰਵਾਤੀ ਸਮੁੰਦਰੀ ਤੂਫਾਨ ਆਉਂਦੇ ਨੇ ਜਿਨ੍ਹਾਂ ਨੂੰ ਹਰੀਕੇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਹਰੀਕੇਨ ਲੌਰਾ ਤੇ ਮੌਸਮ ਵਿਭਾਗ ਦੀ ਨਜ਼ਰ ਬਣੀ ਹੋਈ ਸੀ। ਇਹ ਤੂਫਾਨ ਗਲਫ ਆਫ ਮੈਕਸੀਕੋ ਵਿੱਚ ਹੁੰਦਾ ਹੋਇਆ ਦੱਖਣ ਪੱਛਮੀ ਲੂਜ਼ੀਆਨਾ ਸਟੇਟ ਵਿੱਚ ਗਰਜਿਆ ਤੇ ਭਾਰੀ ਤਬਾਹੀ ਮਚਾਉਂਦਾ ਕਈ ਲੋਕਾਂ ਨੂੰ ਸਦਾ ਦੀ ਨੀਂਦ ਸਵਾਉਂਦਾ ਟੈਕਸਸ ਸਟੇਟ ਵਿੱਚ ਦਾਖਲ ਹੁੰਦਾ ਅੱਗੇ ਨਿਕਲ ਗਿਆ। ਤੂਫਾਨ ਲੌਰਾ ਨੇ ਲੂਜ਼ੀਆਨਾ ਦੇ ਸ਼ਹਿਰ ਲੇਕ ਚਾਰਲਸ ਦੇ ਰੀਜਨਲ 에ਅਰਪੋਰਟ ਤੇ ਵੀ ਭਾਰੀ ਤਬਾਹੀ ਮਚਾਈ। ਕਈ ਇਮਾਰਤਾਂ ਦੀਆਂ ਛੱਤਾਂ ਦੇ ਵੱਡੇ ਹਿੱਸੇ ਵੀ ਇਸ ਵਿੱਚ ਨੁਕਸਾਨੇ ਗਏ। ਕਈ ਇਲਾਕਿਆਂ ਵਿੱਚ ਕਾਫੀ ਸਮੇਂ ਤੱਕ ਬਿਜਲੀ ਵੀ ਗੁੱਲ ਰਹੀ। ਇਸ ਮੌਕੇ ਰਾਸ਼ਟਰਪਤੀ ਟਰੰਪ ਨੇ ਜਿੱਥੇ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਉੱਥੇ ਹੀ ਉਹਨਾਂ ਨੇ ਫੌਰੀ ਕਾਰਵਾਈ ਕਰਨ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। We're here to help. We're joined today by Governor Greg Abbott, very special man, and he's doing a fantastic job for the state of Texas, and he has from day one. And Lieutenant Governor Dan Patrick, another friend of mine, and thank you, Dan. Sure. And I watched you the other night on a very important show, and you did incredibly well representing the state. And State Attorney General Ken Paxton, where he's a very aggressive Attorney General, and that's what we like. And you've got some very big ones, including the mail-in ballots, right? Unsolicited, I call them the unsolicited mail-in ballots, where people are sitting home and they just get hit with mail-in ballots all over the place. That's a good way to put it. Well, I hope you're going to be successful. I think it's actually a very important case, not only here, but for the whole country. So I know you're really on top. I think we have about 18 of those cases throughout the country. In Pennsylvania we have, and North Carolina, we have a lot of them. So we'll see. But you're one of the great leaders. Thank you very much, Ken. I appreciate it. ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਚੋਣ ਦਾ ਰਸਮੀ ਤੌਰ ਤੇ ਹਿੱਸਾ ਬਣ ਚੁੱਕੀ ਸਿੱਖਸ ਫਾਰ ਟਰੰਪ ਦੇ ਕੋ-ਚੇਅਰਮੈਨ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ। ਪਹਿਲੀ ਵਾਰ ਚੋਣ ਮੁਹਿੰਮ ਵਿੱਚ ਕਿਸੇ ਸਿੱਖ ਸੰਸਥਾ ਨੂੰ ਅਜਿਹੀ ਮਾਨਤਾ ਮਿਲਣੀ ਅਤੇ ਸਿੱਖਾਂ ਦੇ ਨਾਮ ਦੀ ਚੋਣ ਮੁਹਿੰਮ ਵਿੱਚ ਚਰਚਾ ਸਿੱਖ ਪਹਿਚਾਣ ਲਈ ਇੱਕ ਸੁਨਹਿਰੀ ਮੌਕਾ ਹੈ। ਇਸ ਤੋਂ ਬਾਅਦ ਕਿ ਸਿੱਖਾਂ ਦਾ ਇੱਥੋਂ ਦੀ ਮੁੱਖ ਧਾਰਾ ਸਿਆਸਤ ਦੇ ਸਿਖਰਲੇ ਸਮਾਗਮਾਂ ਵਿੱਚ ਦਸਤਾਰ ਸਣੇ ਸ਼ਾਮਲ ਹੋਣਾ ਵੀ ਵਿਸ਼ਵ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਗੱਲ ਹੁਣ ਭਾਵੇਂ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਅਮਰੀਕਾ ਦੇ ਸਿੱਖਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਦੇ ਅਹਿਮ ਸਮਾਗਮਾਂ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ। ਬੀਤੇ ਦਿਨ ਰਿਪਬਲਿਕਨ ਪਾਰਟੀ ਦੇ ਕਨਵੈਨਸ਼ਨ ਦੌਰਾਨ ਟਰੰਪ ਪਰਿਵਾਰ ਵੱਲੋਂ ਆਪਣੀ ਚੋਣ ਮੁਹਿੰਮ ਦੇ ਖਾਸ ਮੈਂਬਰਾਂ ਨੂੰ ਟਰੰਪ ਇੰਟਰਨੈਸ਼ਨਲ ਹੋਟਲ ਵਾਸ਼ਿੰਗਟਨ ਡੀਸੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਲਈ ਬੁਲਾਇਆ ਗਿਆ ਅਤੇ ਟਰੰਪ ਪਰਿਵਾਰ ਵੱਲੋਂ ਰਿਪਬਲਿਕਨ ਪਾਰਟੀ ਦੀ ਹਮਾਇਤ ਕਰਨ ਤੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਸਿੱਖਸ ਫਾਰ ਟਰੰਪ ਦੇ ਉਪ ਪ੍ਰਧਾਨ ਬਲਜਿੰਦਰ ਸਿੰਘ ਸੰਮੀ, ਪ੍ਰਧਾਨ ਕਮਲਜੀਤ ਸਿੰਘ ਸੋਨੀ, ਗੁਰਚਰਨ ਸਿੰਘ ਅਤੇ ਹੋਰ ਅਨੇਕਾਂ ਸਿੱਖ ਪਰਿਵਾਰਾਂ ਨੇ ਜੱਸੀ ਨੂੰ ਰਿਪਬਲਿਕਨ ਪਾਰਟੀ ਦੇ ਹੱਕ ਵਿੱਚ ਵੋਟ ਦੇਣ ਦਾ ਪੂਰਾ ਭਰੋਸਾ ਦਿੱਤਾ। ਮਹਾਮਾਰੀ ਦੇ ਸਮੇਂ ਵਿੱਚ ਲਗਾਤਾਰ ਵੱਖ-ਵੱਖ ਲੋਕਾਂ ਦੀ ਮਦਦ ਦਾ ਕਾਰਜ ਸਿੱਖ ਭਾਈਚਾਰੇ ਵੱਲੋਂ ਜਾਰੀ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀ ਕੈਲੀਫੋਰਨੀਆ ਵਿੱਚ ਸਿੱਖਸ ਫਾਰ ਹਿਊਮੈਨਿਟੀ ਦੇ ਨੁਮਾਇੰਦਿਆਂ ਹਰਨੇਕ ਸਿੰਘ ਅਟਵਾਲ ਅਤੇ ਸੁਖਮਨ ਸਿੰਘ ਅਟਵਾਲ ਵੱਲੋਂ ਕੌਫੀ ਦੇ ਕਈ ਪੈਕੇਟ ਵਕਾਵਿਲ ਸਾਲਵੇਸ਼ਨ ਆਰਮੀ ਤੱਕ ਪਹੁੰਚਾਏ ਗਏ। ਇਹਨਾਂ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਵਿੱਚੋਂ ਫਰੀਮੌਂਟ ਤੋਂ ਕਸ਼ਮੀਰ ਸਿੰਘ ਸਾਹੀ ਵੀ ਸ਼ਾਮਲ ਨੇ। ਗੌਰਤਲਬ ਹੈ ਕਿ ਜਥੇਬੰਦੀ ਵੱਲੋਂ ਅਪੀਲ ਵੀ ਕੀਤੀ ਗਈ ਕਿ ਜੇਕਰ ਹੋਰਨਾਂ ਲੋਕਾਂ ਨੂੰ ਵੀ ਕੌਫੀ ਦੇ ਪੈਕੇਟ ਚਾਹੀਦੇ ਹੋਣ ਤਾਂ ਕੈਲੀਫੋਰਨੀਆ ਵਿੱਚ ਖਾਸ ਤੌਰ ਤੇ ਸਿੱਖਸ ਫਾਰ ਹਿਊਮੈਨਿਟੀ ਦੇ ਨੁਮਾਇੰਦਿਆਂ ਦੇ ਨਾਲ ਸੰਪਰਕ ਕਰ ਸਕਦੇ ਨੇ। ਕਾਬਲੇ-ਗੌਰ ਹੈ ਕਿ ਬੀਤੇ ਲੰਮੇ ਸਮੇਂ ਤੋਂ ਜਥੇਬੰਦੀ ਵੱਲੋਂ ਨਾ ਸਿਰਫ ਸਿੱਖ ਭਾਈਚਾਰੇ ਦੇ ਲੋਕਾਂ ਦੀ ਬਲਕਿ ਹੋਰਨਾਂ ਭਾਈਚਾਰਿਆਂ ਦੇ ਲੋੜਵੰਦ ਲੋਕਾਂ ਦੀ ਵੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਅਮਰੀਕਾ ਦੇ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਨੇ ਇੱਕ ਚੀਨੀ ਨਾਗਰਿਕ ਨੂੰ ਨਸ਼ੀਲੀ ਦਵਾਈ
ਫੈਂਟਨਿਲ ਦਾ ਤਸਕਰ ਘੋਸ਼ਿਤ ਕਰਦੇ ਹੋਏ ਉਸ ਤੇ ਪਾਬੰਦੀ ਲਾਈ ਹੈ। ਦੋਸ਼ ਹੈ ਕਿ ਯਾਂਗ ਨੇ ਅਮਰੀਕਾ ਵਿੱਚ ਕਈ ਪਰਿਵਾਰਾਂ ਨੂੰ ਉਜਾੜਨ ਵਾਲੇ ਇਸ ਨਸ਼ੇ ਦੀ ਤਸਕਰੀ ਕੀਤੀ ਹੈ। ਡਿਪਟੀ ਸਕੱਤਰ ਨੇ ਕਿਹਾ ਹੈ ਕਿ ਇਸ ਜਾਨਲੇਵਾ ਨਸ਼ੀਲੇ ਪਦਾਰਥ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਤਬਾਹੀ ਮਚਾਈ ਹੈ ਤੇ ਇਸ ਦੇ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਅਸਲ ਵਿੱਚ ਇਸ ਦਵਾਈ ਦੀ ਵਰਤੋਂ ਕੈਂਸਰ ਦੇ ਰੋਗੀਆਂ ਨੂੰ ਹੋਣ ਵਾਲੇ ਬਹੁਤ ਜ਼ਿਆਦਾ ਦਰਦ ਨੂੰ ਘਟਾਉਣ ਦੇ ਲਈ ਕੀਤੀ ਜਾਂਦੀ ਹੈ, ਪਰ ਲੋਕ ਇਸ ਦੀ ਗਲਤ ਵਰਤੋਂ ਕਰਕੇ ਨਸ਼ਾ ਕਰਦੇ ਨੇ ਤੇ ਓਵਰਡੋਜ਼ ਦੇ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਸਾਲ 2017 ਵਿੱਚ ਇਸ ਦੇ ਕਾਰਨ 28,000 ਤੋਂ ਵੱਧ ਲੋਕਾਂ ਦੀ ਜਾਨ ਇਸੇ ਨਸ਼ੀਲੀ ਦਵਾਈ ਦੇ ਨਾਲ ਹੀ ਗਈ ਸੀ। ਅਮਰੀਕਾ ਅਜਿਹੇ ਅਪਰਾਧੀਆਂ ਤੇ ਤਸਕਰਾਂ ਨੂੰ ਮਾਫ ਨਹੀਂ ਕਰੇਗਾ ਤੇ ਸਖਤ ਕਾਰਵਾਈ ਲਈ ਜ਼ਰੂਰੀ ਕਦਮ ਵੀ ਚੁੱਕੇ ਜਾਣਗੇ। ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਨਸ਼ੀਲੇ ਪਦਾਰਥ ਨੂੰ ਲੁਕੋ ਕੇ ਯਾਂਗ ਨੇ ਅਮਰੀਕਾ ਪਹੁੰਚਾਇਆ, ਜਿਸ ਵਿੱਚੋਂ ਕਈ ਨਸ਼ੀਲੀਆਂ ਗੋਲੀਆਂ ਬਣਾ ਕੇ ਵੇਚੀਆਂ ਗਈਆਂ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਜਦਕਿ ਇਸ ਦੀ ਦਵਾਈ ਦੇ ਨਿਰਮਾਣ ਵਿੱਚ ਹਾਲੇ ਕਾਫੀ ਸਮਾਂ ਲੱਗਣ ਦੀ ਉਮੀਦ ਹੈ। ਪਰ ਕੁਝ ਮਰੀਜ਼ਾਂ ਦੇ ਲਈ ਵਰਦਾਨ ਬਣ ਚੁੱਕੀ ਰੈਮਡੇਸਿਵਿਰ ਦਵਾਈ ਦੇ ਇਸਤੇਮਾਲ ਨੂੰ ਹੁਣ ਅਮਰੀਕਾ ਵਿੱਚ ਹਰੀ ਝੰਡੀ ਦਿੱਤੀ ਜਾ ਰਹੀ ਹੈ। ਗੌਰਤਲਬ ਹੈ ਕਿ ਰੈਮਡੇਸਿਵਿਰ ਦਵਾਈ ਪਹਿਲਾਂ ਕੁਝ ਮਰੀਜ਼ਾਂ ਤੇ ਇਸਤੇਮਾਲ ਕੀਤੀ ਗਈ ਸੀ, ਪਰ ਹੁਣ ਜਦੋਂ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ ਤੇ ਸਰਕਾਰ ਅਤੇ ਸਿਹਤ ਅਧਿਕਾਰੀ ਇਸ ਦਵਾਈ ਦੇ ਨਿਰਮਾਣ ਵਿੱਚ ਇਜ਼ਾਫਾ ਕਰ ਰਹੇ ਨੇ ਤਾਂ ਜੋ ਕੋਰੋਨਾ ਵਾਇਰਸ ਦੇ ਨਾਲ ਪੀੜਤ ਮਰੀਜ਼ਾਂ ਦੀ ਜਾਨ ਇਸ ਦਵਾਈ ਦੇ ਜ਼ਰੀਏ ਬਚਾਈ ਜਾ ਸਕੇ। ਇਹ ਵੀ ਗੌਰਤਲਬ ਹੈ ਕਿ ਪਹਿਲਾਂ ਇਹ ਦਵਾਈ ਹਸਪਤਾਲਾਂ ਵਿੱਚ ਬੇਹੱਦ ਘੱਟ ਸੀ ਅਤੇ ਖਾਸ ਆਰਡਰ ਤੇ ਹੀ ਇਸ ਨੂੰ ਮੰਗਵਾਇਆ ਜਾ ਸਕਦਾ ਸੀ, ਪਰ ਹੁਣ ਸਰਕਾਰ ਨੇ ਜਦੋਂ ਇਸ ਦੇ ਵੱਧ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਵੱਖ-ਵੱਖ ਹਸਪਤਾਲਾਂ ਵਿੱਚ ਇਸ ਨੂੰ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਸਮੇਤ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵਾਰ-ਵਾਰ ਲੋਕਾਂ ਨੂੰ ਆਗਾਹ ਕਰ ਰਹੀਆਂ ਨੇ ਕਿ ਹਾਲੇ ਵੀ ਕੋਰੋਨਾ ਵਾਇਰਸ ਦਾ ਖਤਰਾ ਖਤਮ ਨਹੀਂ ਹੋਇਆ। ਘਰੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਕੰਮ ਹੋਵੇ, ਨਹੀਂ ਤਾਂ ਘਰ ਵਿੱਚ ਹੀ ਰਹੋ। ਵੱਖ-ਵੱਖ ਦਫ਼ਤਰਾਂ ਵਿੱਚ ਕੰਮ ਲਈ ਜਾ ਰਹੇ ਲੋਕਾਂ ਨੂੰ ਖਾਸ ਇਹਤਿਆਤ ਵਰਤਣ ਦੀ ਸਲਾਹ ਵੀ ਜ਼ਰੂਰ ਦਿੱਤੀ ਜਾ ਰਹੀ ਹੈ। ਪਰ ਦੂਜੇ ਪਾਸੇ ਕੈਲੀਫੋਰਨੀਆ ਦੇ ਲਿਵਿੰਗਸਟਨ ਸ਼ਹਿਰ ਵਿੱਚ ਮੌਜੂਦ ਫੋਸਟਰ ਫਾਰਮਸ ਵਿੱਚ ਤਕਰੀਬਨ 300 ਤੋਂ ਵੱਧ ਲੋਕਾਂ ਨੂੰ ਕੋਵਿਡ-19 ਪੋਜ਼ਿਟਿਵ ਪਾਇਆ ਗਿਆ ਹੈ। ਇਹੀ ਨਹੀਂ ਬਲਕਿ ਕੋਰੋਨਾ ਵਾਇਰਸ ਦੇ ਕਾਰਨ ਇੱਥੋਂ ਦੇ ਕੁਝ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਦੇ ਚੱਲਦਿਆਂ ਹੁਣ ਪ੍ਰਸ਼ਾਸਨ ਵੱਲੋਂ ਫੋਸਟਰ ਫਾਰਮਸ ਨੂੰ ਕੁਝ ਸਮੇਂ ਲਈ ਸ਼ਟ ਡਾਊਨ ਕੀਤਾ ਜਾ ਰਿਹਾ ਹੈ। 1 ਸਤੰਬਰ ਤੋਂ ਫੋਸਟਰ ਫਾਰਮਸ ਮੁਲਾਜ਼ਮਾਂ ਲਈ ਬੰਦ ਹੋ ਜਾਵੇਗਾ ਤੇ ਇਸ ਵਿੱਚ ਸਾਫ਼ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨੂੰ ਕਾਫੀ ਸਮਾਂ ਵੀ ਲੱਗ ਸਕਦਾ ਹੈ ਅਤੇ ਫਿਰ ਜਾਂਚ ਅਤੇ ਅਗਲੇ ਹੁਕਮਾਂ ਤੋਂ ਬਾਅਦ ਹੀ ਇਸ ਨੂੰ ਮੁੜ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਜਾਣਗੇ। ਗੌਰਤਲਬ ਹੈ ਕਿ ਪਿਛਲੇ ਕਈ ਸਾਲਾਂ ਤੋਂ ਫੋਸਟਰ ਫਾਰਮਸ ਆਪਣੇ ਕੰਮ ਨੂੰ ਬਖੂਬੀ ਅੰਜਾਮ ਦਿੰਦਾ ਆ ਰਿਹਾ ਹੈ ਤੇ ਇੱਥੇ ਕੰਮ ਕਰਦੇ ਤਕਰੀਬਨ 3700 ਮੁਲਾਜ਼ਮਾਂ ਦੀ ਇੱਕ ਵੱਖਰੀ ਯੂਨੀਅਨ ਵੀ ਹੈ ਜੋ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਦਿਨ ਰਾਤ ਕਰਦੇ ਨੇ। ਫੋਸਟਰ ਫਾਰਮ ਇੱਕ ਮੀਟ ਦੀ ਫੈਕਟਰੀ ਹੈ ਜੋ ਕਿ ਅਮਰੀਕਾ ਭਰ ਵਿੱਚ ਥਾਂ-ਥਾਂ ਤੇ ਮੀਟ ਪਹੁੰਚਾਉਂਦੀ ਹੈ, ਇਸ ਲਈ ਇੱਥੇ ਸਾਫ਼ ਸਫਾਈ ਦਾ ਇੰਤਜ਼ਾਮ ਵੀ ਬੇਹੱਦ ਜ਼ਿਆਦਾ ਹੈ। ਪਰ ਫਿਰ ਵੀ ਇੱਥੋਂ ਦੇ 300 ਤੋਂ ਵੱਧ ਮੁਲਾਜ਼ਮਾਂ ਦਾ ਪੋਜ਼ਿਟਿਵ ਪਾਇਆ ਜਾਣਾ ਵਾਕਈ ਚਿੰਤਾ ਦੀ ਗੱਲ ਹੈ ਅਤੇ ਹੁਣ ਜਦੋਂ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਦੇ ਕਾਰਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਕੰਪਨੀ ਵਿੱਚ ਤਾਂ ਆਪਣੇ ਮੁਲਾਜ਼ਮਾਂ ਦਾ ਧਿਆਨ ਰੱਖ ਸਕਦੇ ਨੇ, ਪਰ ਕੰਪਨੀ ਤੋਂ ਬਾਹਰ ਮੁਲਾਜ਼ਮ ਆਪਣਾ ਧਿਆਨ ਖੁਦ ਰੱਖਣ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਸਰਕਾਰ ਦੇ ਕਿਰਤ, ਸਿਖਲਾਈ, ਹੁਨਰ ਅਤੇ ਵਿਕਾਸ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਅਸੀਂ ਭਿਆਨਕ ਸਮਾਂ ਵੇਖਿਆ ਹੈ ਜਿਸ ਨੇ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਵੀ ਕੀਤਾ ਹੈ। ਵਿਤਕਰੇ ਅਤੇ ਰੇਸਿਜ਼ਮ ਬਾਰੇ ਬੋਲਦਿਆਂ ਫੋਰਡ ਨੇ ਕਿਹਾ ਕਿ ਇਸ ਦੀ ਓਨਟਾਰੀਓ ਵਿੱਚ ਕੋਈ ਥਾਂ ਨਹੀਂ ਤੇ ਫੋਰਡ ਨੇ ਇਸ ਦੌਰਾਨ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਬਾਰੇ ਵੀ ਗੱਲ ਕੀਤੀ। Tim, you and your team are doing an incredible work for young people right here in the GTA. You're making a real difference in their lives, and I'm glad to be joined today by Minister McNaughton, who's been an absolute champion for skilled trades, along with Minister Smith and Jamil Javani. We've just come from a first meeting of the Premier's Council on Equality of Opportunity. And my friends, we have all seen the tragic stories. We know that hate can destroy communities. And as Premier, I can't sit back and I won't sit back. I vowed to take action. I vowed to keep our communities together, to recognize the pain and where it's coming from, and to always stand with those who experience discrimination. Because racism and hate have no place in Ontario. That's why we set up the Premier's Council on Equality of Opportunity. We want to empower the next generation of leaders. We want to remove the barriers to their success and help them reach their full potential. Jamil has assembled an incredible group of people for the Council, leaders from all walks of life who bring a breadth of experience to the table. And all 20 of them are united and committed to creating opportunities for our young people. My friends,
When we stand united, we can accomplish anything. And this work is all the more important as we chart a path to economic recovery for our province. As Monty can tell you, we need more people in skilled trades. We need more people studying the sciences and coding. And if you can do the work, if you have the talent and the drive, you deserve a shot at the job. We need all the skilled workers we can get right now to rebuild this province and help get our economy back on track. We need to bring down our youth unemployment rates, and we need to build a diverse, skilled, and future-oriented workforce. So today, I'm here to announce we're investing over $2.2 million in 8 amazing, life-changing projects to help train more skilled workers from underrepresented groups. These projects are going to completely change the lives of 500 young people and job seekers of every description. Projects like the one put forward by Youth Employment Services, a 12-week program in partnership with Amazon and Accenture, and Fast Lane Training. This incredible program will help 100 youth from underrepresented communities learn cloud computing and programming. It's an incredible program, and it's just one of the 8 projects Minister McNaughton will speak about in a moment. We're going to cut down barriers for Black youth, for Indigenous youth, for women, people with disabilities, and so many others, because there's nothing more rewarding than a fulfilling career. My message to the young people out there is very simple. Never, ever give up. We're going to make sure you're ready to succeed. ਰੁੱਖ ਕਰੀਏ ਐਡਮਿੰਟਨ ਵੱਲ ਤਾਂ ਪਿਛਲੇ 6 ਮਹੀਨਿਆਂ ਤੋਂ ਕੋਵਿਡ-19 ਦੇ ਇਸ ਬੁਰੇ ਸਮੇਂ ਵਿੱਚ ਸਿੱਖ ਯੂਥ ਐਡਮਿੰਟਨ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਥਾਂ-ਥਾਂ ਤੇ ਇਹਨਾਂ ਵੱਲੋਂ ਲੋਕਾਂ ਨੂੰ ਨਾ ਸਿਰਫ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਬਲਕਿ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ ਜਾ ਰਹੇ ਨੇ। ਬੀਤੇ ਦਿਨੀ ਇੱਕ ਵਾਰ ਫਿਰ ਇਹਨਾਂ ਵੱਲੋਂ ਲੋਕਾਂ ਨੂੰ ਮਾਸਕ ਦਿੱਤੇ ਗਏ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਕੀ ਕਹਿਣਾ ਸੀ ਇਸ ਬਾਰੇ ਸਿੱਖ ਯੂਥ ਐਡਮਿੰਟਨ ਦੇ ਮੈਂਬਰਾਂ ਦਾ, ਆਓ ਜਾਣਦੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਸਿੱਖ ਯੂਥ ਐਡਮਿੰਟਨ ਇੱਕ ਸੰਸਥਾ ਹੈ, ਇੱਕ ਨਾਨ ਪ੍ਰੋਫਿਟ ਜੋ ਆਰਗੇਨਾਈਜੇਸ਼ਨ ਹੈ ਜੋ ਪਿਛਲੇ 6 ਮਹੀਨਿਆਂ ਤੋਂ ਜੋ ਕਿ ਕੋਵਿਡ-19 ਦੀ ਮਹਾਮਾਰੀ ਦੇ ਦੌਰਾਨ ਕਮਿਊਨਿਟੀ ਦੀ ਸੇਵਾ ਵਿੱਚ ਲੱਗੇ ਹੋਏ ਨੇ। ਪਿਛਲੇ 6 ਮਹੀਨਿਆਂ ਤੋਂ ਲੋੜਵੰਦ ਲੋਕਾਂ ਲਈ ਜੋ ਇੱਕ ਰਾਸ਼ਨ ਹੈ ਉਹ ਲਗਾਤਾਰ ਵੰਡ ਰਹੇ ਨੇ। ਅੱਜ ਇਹ ਆਪਣੇ ਅਗਲੇ ਪੜਾਅ ਦੇ ਉੱਪਰ ਜੋ ਇੱਕ ਮਾਸਕ ਨੇ ਅੱਜ ਦੀ ਡੇਟ ਦੇ ਵਿੱਚ ਇੱਕ ਜ਼ਰੂਰੀ ਅਸੈਂਸ਼ੀਅਲ ਨੀਡ ਹੈ। ਸਿਟੀ ਆਫ ਐਡਮਿੰਟਨ ਵੱਲੋਂ ਜੋ ਮਾਸਕ ਹੈ ਉਹ ਪਬਲਿਕ ਪਲੇਸਿਸ ਤੇ ਪਹਿਨਣਾ ਬਹੁਤ ਹੀ ਜ਼ਰੂਰੀ ਅਨਿਵਾਰੀ ਕਰ ਦਿੱਤਾ ਗਿਆ ਹੈ। ਇਸ ਲਈ ਅੱਜ ਸਿੱਖ ਯੂਥ ਐਡਮਿੰਟਨ ਵੱਲੋਂ 45,000 ਮਾਸਕ ਜਿਹੜੇ ਕਮਿਊਨਿਟੀ ਨੂੰ ਉਹ ਵੰਡੇ ਜਾ ਰਹੇ ਨੇ। ਮਿਲਵੁੱਡਸ ਐਡਮਿੰਟਨ ਜੋ ਹੈ ਏਰੀਆ ਸ਼ੌਪਰ ਡਰੱਗ ਮਾਰਟ ਅਤੇ ਸੇਵਨ ਪਲਾਜ਼ਾ ਜੋ ਫੂਡ ਹੈ ਉਸ ਦੀ ਪਾਰਕਿੰਗ ਲੋਟ ਦੇ ਵਿੱਚ ਅੱਜ ਇੱਥੇ ਮਾਸਕ ਫ੍ਰੀ ਮਾਸਕ ਜਿਹੜੇ ਡਿਸਪੋਜ਼ੇਬਲ ਮਾਸਕ ਹੈ ਉਹ ਵੰਡੇ ਜਾਣਗੇ। ਇਸ ਸਿਲਸਿਲੇ ਵਿੱਚ ਆਓ ਗੱਲਬਾਤ ਕਰਦੇ ਹਾਂ ਸਿੱਖ ਯੂਥ ਆਫ ਐਡਮਿੰਟਨ ਦੇ ਬੁਲਾਰਿਆਂ ਨਾਲ। ਸਾਡੇ ਨਾਲ ਸ਼ਾਮਲ ਹਨ ਗੁਰਪ੍ਰੀਤ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ। ਸਿੱਧੂ ਸਾਹਿਬ ਸਾਨੂੰ ਦੱਸੋ ਕਿ ਇਹ ਜੋ ਮਾਸਕ ਦਾ ਜੋ ਪ੍ਰੋਗਰਾਮ ਹੈ ਇਹ ਕਿੰਨੇ ਵਜੇ ਸ਼ੁਰੂ ਹੋਏਗਾ ਤੇ ਕਿਉਂ ਇਹ ਰੱਖਿਆ ਗਿਆ ਹੈ? ਹਾਂਜੀ, ਜਿਵੇਂ ਹੁਣ ਤੁਸੀਂ ਦੀਪਕ ਜੀ ਸਾਰਾ ਕੁਝ ਵੈਸੇ ਤਾਂ ਦੱਸ ਹੀ ਦਿੱਤਾ ਹੈ। ਮਾਰਚ ਦੇ ਪਹਿਲੇ ਹਫਤੇ ਤੋਂ ਆਪਾਂ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਜੋ ਆਪਣੀ ਲੰਗਰ ਦੀ ਸੇਵਾ, ਸੁੱਕੇ ਰਾਸ਼ਨ ਦੀ ਸੇਵਾ ਆਪਾਂ ਸ਼ਹਿਰ 'ਚ ਪਹੁੰਚਾਉਂਦੇ ਸੀਗੇ ਤੇ ਹੁਣ ਆਪਣਾ ਦੂਸਰਾ ਪੜਾਅ ਸ਼ੁਰੂ ਹੈ ਜੋ ਫੈਡਰਲ ਸਰਕਾਰ ਦੀ ਸਹਾਇਤਾ ਦੇ ਨਾਲ ਹੁਣ ਆਪਾਂ ਮਾਸਕ ਜੋ ਜ਼ਰੂਰੀ ਕਰ ਦਿੱਤੇ ਗਏ ਹਨ। ਹਰ ਇੱਕ ਜਗ੍ਹਾ ਤੇ ਪਾਉਂਦੇ ਨੇ, ਸੇਫਟੀ ਵੀ ਹੈਗੀ ਆ। ਸੋ ਇਹ ਅੱਜ ਆਪਾਂ ਹੁਣ 1 ਵਜੇ ਤੋਂ ਸਟਾਰਟ ਹੈ ਤੇ 4 ਵਜੇ ਤੱਕ ਅਸੀਂ ਇਹ ਮਾਸਕ ਵੰਡਾਂਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਹੋਰ ਵੀ ਵੱਖ-ਵੱਖ ਲੋਕੇਸ਼ਨਾਂ 'ਤੇ ਅਸੀਂ ਇਹ ਸੇਵਾ ਕਰਾਂਗੇ ਤੇ ਇਹ ਹੁਣ ਇੱਥੋਂ ਸ਼ੁਰੂ ਕਰ ਦਿੱਤੇ ਗਏ ਹਨ। ਇੱਥੋਂ ਆਪਣਾ ਡਰਾਈਵ ਥਰੂ ਵੀ ਜਿਹੜੇ ਉਤਰ ਕੇ ਗੱਡੀ 'ਚੋਂ ਨਹੀਂ ਆ ਸਕਦੇ ਉਹ ਇੱਥੋਂ ਵੀ ਸੇਵਾਦਾਰ ਗੱਡੀ ਦੇ ਵਿੱਚ ਵੀ ਉਹਨਾਂ ਨੂੰ ਮੁਹੱਈਆ ਕਰਾਉਣਗੇ। ਸੋ ਸਾਹਿਬ ਇਹ ਜੋ ਮਾਸਕ ਨੇ ਇਹ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹ ਇੱਕ ਪੈਕ ਦੇ ਵਿੱਚ ਕਿੰਨੇ ਮਾਸਕ ਨੇ ਔਰ ਇੱਕ ਪਰਿਵਾਰ ਨੂੰ ਕਿੰਨੇ ਮਾਸਕ ਜਿਹੜੇ ਅਸੀਂ ਰੱਖੇ ਗਏ ਆ ਜਿਹੜਾ ਕਿ ਉਹਨਾਂ ਨੂੰ ਦਿੱਤੇ ਜਾਣਗੇ? ਇਹ ਇੱਕ ਪੈਕਟ ਦੇ ਵਿੱਚ ਇਸ ਵਕਤ 4 ਮਾਸਕ ਨੇ। ਸੋ ਇੱਕ ਤੋਂ ਜ਼ਿਆਦਾ ਵੀ ਲੋੜ ਅਨੁਸਾਰ ਉਹ ਮਤਲਬ ਲੈ ਸਕਦੇ ਨੇ। ਆਪਾਂ ਨੂੰ ਜਦੋਂ ਆ ਕੇ ਦੱਸਣਗੇ ਵੀ ਉਹਨਾਂ ਨੂੰ ਹੋਰ ਚਾਹੀਦੇ ਤਾਂ ਆਪਾਂ ਉਹਨਾਂ ਨੂੰ ਹੋਰ ਵੀ ਦੇ ਸਕਦੇ ਹਾਂ। ਸੋ ਜਿਵੇਂ ਕਿ ਸਿੱਧੂ ਸਾਹਿਬ ਨੇ ਦੱਸਿਆ ਹੈ ਕਿ ਅੱਜ ਫ੍ਰੀ ਮਾਸਕ ਆ ਜਿਹੜੇ ਕਮਿਊਨਿਟੀ ਦੇ ਵਿੱਚ ਵੰਡੇ ਜਾਣਗੇ। ਇੱਕ ਪੈਕ ਦੇ ਵਿੱਚ 4 ਮਾਸਕ ਨੇ ਜਿਹੜੇ ਕਿ ਡਿਸਪੋਜ਼ੇਬਲ ਮਾਸਕ ਨੇ ਜੋ ਰੀਯੂਜ਼ੇਬਲ ਨਹੀਂ ਹੈਗੇ, ਇਹ ਡਿਸਪੋਜ਼ੇਬਲ ਮਾਸਕ ਨੇ। ਔਰ ਇਸ ਮਾਸਕ ਦੇ ਪੈਕ ਤੇ ਪ੍ਰੋਪਰ ਜੋ ਇੱਕ ਸਟicker ਵੀ ਲਾਇਆ ਹੋਇਆ ਹੈ ਜਿਵੇਂ ਕਿ ਮੈਂ ਆਪਣੇ ਕੈਮਰਾਮੈਨ ਜੀ ਨੂੰ ਰਿਕੁਐਸਟ ਕਰਾਂਗਾ ਕਿ ਆ ਕੇ ਥੋੜਾ ਜਿਹਾ ਦਿਖਾਣ। ਸੋ ਇਹ 'ਚ ਸਾਰੀਆਂ ਹਿਦਾਇਤਾਂ ਜੋ ਹੈ ਦਿੱਤੀਆਂ ਗਈਆਂ ਹਨ ਕਿ ਬਿਫੋਰ ਪੁਟਿੰਗ
on the mask before taking off the mask, after taking on the mask on package, wash your hands. So ਇਹ ਜੋ ਮਾਸਕ ਹੈ ਅੱਜ 1 ਵਜੇ ਤੋਂ ਲੈ ਕੇ 4 ਵਜੇ ਦੇ ਦੌਰਾਨ ਇੱਥੇ ਜੋ ਸੇਵ ਔਨ ਫੂਡ ਜੋ 23rd ਐਵੇਨਿਊ ਅਤੇ 24th ਸਟਰੀਟ ਦੇ ਉੱਪਰ ਸਥਿਤ ਹੈ ਉੱਥੇ ਜੋ ਪਾਰਕਿੰਗ ਲਾਟ ਹੈ ਸ਼ੋਪਰ ਡਰੱਗ ਮਾਰਟ ਦੀ ਜੋ ਪਾਰਕਿੰਗ ਲਾਟ ਹੈ ਉੱਥੇ ਦਿੱਤੇ ਜਾਣਗੇ। ਸੋ ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆ ਕੇ ਜਿਨ੍ਹਾਂ ਲੋਕਾਂ ਦੇ ਕੋਲ ਮਾਸਕ ਅਵੇਲੇਬਲ ਨਹੀਂ ਹੈ ਉਹ ਇੱਥੇ ਆ ਕੇ ਆਪਣਾ ਫ੍ਰੀ ਮਾਸਕ ਜੋ ਹੈ ਉਹ ਲੈ ਕੇ ਜਾ ਸਕਦੇ ਨੇ। ਓਨਟਾਰੀਓ ਦੇ ਕੈਬਨਿਟ ਮਿਨਿਸਟਰ ਮੈਕਨ ਹੌਟਨ ਨੇ ਪ੍ਰੋਵਿੰਸ ਵਿੱਚ ਇੰਪਲਾਇਮੈਂਟ ਸਰਵਿਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਸਰਕਾਰ ਨੇ $2 ਮਿਲੀਅਨ ਤੋਂ ਜ਼ਿਆਦਾ ਡਾਲਰ ਖਰਚ ਕਰਨ ਦਾ ਟੀਚਾ ਮਿਥਿਆ ਹੈ। ਮੈਕਨ ਹੌਟਨ ਨੇ ਇਸ ਪ੍ਰੋਗਰਾਮ ਦੇ ਵੱਖ-ਵੱਖ ਪੜਾਵਾਂ ਬਾਰੇ ਵੀ ਦੱਸਿਆ। I also want to thank Youth Employment Services for hosting us today and for all the great work you do to help young people get jobs. Not only jobs, but fulfilling, rewarding careers. As the Premier mentioned, we're investing more than $2 million in some fantastic programs, training young and underrepresented people in everything from construction and manufacturing to the arts. One program, Black Youth Leadership Development from Word Media Group, is training Black youth in digital literacy using Black music history. Another program, Hammerheads, is offering hands-on training for women and marginalized people exploring jobs in the construction trades. These programs help people like Kevin, who has autism spectrum disorder. Thanks to the Goodness Gift Project, Kevin learned job skills like how to pack gift boxes and take inventory. Or like John, who joined an apprenticeship program 5 months after his release from prison. He graduated the program to glowing feedback. He's now a plumbing apprentice at a large Toronto company, and most importantly, he's a new dad. As we know, jobs change lives. We are investing in projects like these because we want to support those who might not otherwise be able to get training or access to employers. We're closing the gap between the skills that workers have and the skills employers need. Approximately 500 eager, hardworking people from underrepresented groups across the GTA will now get the skills required to get good quality jobs. These training programs will also help employers get the workers they need to succeed and remain competitive in today's economy. Together, through investments like these, we'll help people with difficult circumstances reach their career potential. We remain committed to helping Ontario's workers succeed. Even in these challenging times, we know that by working together, we can help create an even brighter future for Ontario. Thank you. I'll now welcome Minister Smith to say a few words. ਓਨਟਾਰੀਓ ਦੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਮੰਤਰੀ ਮਿਨਿਸਟਰ ਟੌਡ ਸਮਿਥ ਨੇ ਪ੍ਰੀਮੀਅਰ ਕਾਉਂਸਲ ਦੇ ਮੈਂਬਰਾਂ ਨੂੰ ਇੰਪਲਾਇਮੈਂਟ ਪ੍ਰੋਗਰਾਮਾਂ ਦੇ ਲਈ ਵਧਾਈ ਦਿੱਤੀ। ਉਹਨਾਂ ਕਿਹਾ ਹੈ ਕਿ ਪ੍ਰੀਮੀਅਰ ਕਾਉਂਸਲ ਵੱਲੋਂ ਓਨਟਾਰੀਓ ਦੇ ਸਭ ਤੋਂ ਅਹਿਮ ਮੁੱਦਿਆਂ ਨੂੰ ਵਿਚਾਰਨ ਵਿੱਚ ਮਦਦ ਮਿਲੇਗੀ। It's great to be here today. I want to begin by congratulating the members of the new Premier's Council on Equality of Opportunity. I had the opportunity to meet them yesterday. The Premier had an opportunity today. They are an inspirational group. They're an exceptional group of individuals, and I want to thank the young members of this council for committing to help us tackle the important issues that are facing youth in Ontario. I had the chance to check in with the group, and from what I've heard, I know this council is going to accomplish great things. These exceptional community leaders, they're passionate about creating positive change in their communities, are fantastic examples of the diversity, innovation, and talent that exists here in Ontario. Our world is rapidly changing, and what we've heard from young people across the province is they feel unprepared or underprepared to enter the workforce. We need to work together to find creative solutions to this problem, and that begins by giving them the opportunity to excel and ensuring that they have a seat at the table when it comes to making decisions that will affect their generation. Over the last several months, the COVID-19 pandemic has shone a light on the systemic barriers faced by many people across this province, particularly those from marginalized communities. In order to remedy the situation, we need to go beyond surface-level engagement and foster meaningful dialogue. This council brings together young people from across the province with a wide range of lived experiences and knowledge. Their advice is going to be essential as we work to remove systemic barriers, provide supports to motivate, and explore solutions to help vulnerable and marginalized youth.
The members of this council are in the best position to tell us about the needs of youth in their communities, and we look forward to hearing their perspectives and ideas as we develop better supports for Ontarians. I'll invite the chair of that committee, Jamil, to come forward with some thoughts on the first couple of meetings. Jamil. Thank you, Minister Smith. Nearly 3 months ago, following the tragic death of George Floyd in Minnesota, I stood before the people of Ontario and said that I know and believe this government is committed to take real action to address inequality. Since then, I've worked with Education Minister Stephen Lecce to change policies on streaming and suspensions in schools. Minister Jill Dunlop made significant changes to child welfare, such as ending birth alert racial profiling. And Solicitor General Sylvia Jones has also announced significant funding for anti-racism initiatives. All of that is important. And one of our biggest actions to date occurred this week when we launched the Premier's Council on Equality of Opportunity. As the inaugural chair, I've had the honor of spending most of the last 2 days with the new council. They are truly an exceptional, multi-generational group of leaders who bring rich life experience and professional insights to our work. At our first meeting, the council discussed various ways COVID-19 has impacted students and young workers across Ontario. We also had lengthy discussions about Ontario's Black Youth Action Plan, which is a dedicated funding stream to support and empower Black youth in our province. Moving forward, the council will be working with Minister Smith and others in our government to consult with individuals and organizations in Black communities across Ontario and gather feedback on the Black Youth Action Plan. ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਗੁਰਮੀਤ ਚੀਮਾ ਨਾਂ ਦੇ ਪੰਜਾਬੀ ਦੀ ਅਣਗਹਿਲੀ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਕਵਾ ਹਾਈਵੇ ਤੇ ਜਾਂਦੇ ਸਮੇਂ ਗੁਰਮੀਤ ਕੋਲੋਂ ਆਪਣਾ ਸੈਮੀ ਟਰੱਕ ਕੰਟਰੋਲ ਨਾ ਹੋਇਆ ਅਤੇ ਇੱਕ ਕਾਰ ਵਿੱਚ ਜਾ ਵੱਜਾ। ਇਹ ਕਾਰ ਅਗਲੀ ਕਾਰ ਵਿੱਚ ਵੱਜੀ ਤੇ ਇਸ ਤਰ੍ਹਾਂ 4-5 ਕਾਰਾਂ ਇੱਕ ਦੂਜੇ ਵਿੱਚ ਵੱਜੀਆਂ। ਇਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਕਈ ਲੋਕ ਜ਼ਖਮੀ ਹੋ ਗਏ। ਇੱਕ ਵਿਅਕਤੀ ਦਿਮਾਗ ਵਿੱਚ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ। ਹਾਦਸੇ ਦੇ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਨੇ। ਗੁਰਮੀਤ ਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ। ਇਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋਏ ਨੇ ਤੇ ਉਸ ਨੂੰ ਮੈਲਫੋਰਟ ਵਿਖੇ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਨਗਦ ਬਾਂਡ ਦੇ ਬਾਅਦ ਰਿਹਾ ਕਰ ਦਿੱਤਾ ਗਿਆ ਤੇ ਹੁਣ ਅਕਤੂਬਰ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ। ਕੰਪਨੀ ਮਾਲਕ ਨੇ ਦੱਸਿਆ ਹੈ ਕਿ ਗੁਰਮੀਤ 2011 ਤੋਂ ਗੱਡੀ ਚਲਾ ਰਿਹਾ ਹੈ, ਪਰ ਉਸ ਦੀ ਟਰਾਂਸਪੋਰਟ ਵਿੱਚ ਉਹ ਨਵਾਂ ਹੈ ਤੇ ਉਹ 2 ਦਿਨ ਪਹਿਲਾਂ ਹੀ ਨੌਕਰੀ ਤੇ ਆਇਆ ਸੀ। ਸਥਾਨਕ ਪੁਲਿਸ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦ ਸੈਮੀ ਟਰੱਕ ਨਿਰਮਾਣ ਕਾਰਜ ਵਾਲੇ ਸਥਾਨ ਵਿੱਚ ਦਾਖਲ ਹੋਇਆ ਅਤੇ ਇਸ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਮਿਸੀਸਾਗਾ ਮਾਲਟਨ ਦੇ ਐਮਪੀਪੀ ਦੀਪਕ ਆਨੰਦ ਨੇ ਟੋਰਾਂਟੋ ਦੇ ਉਸ ਪਰਿਵਾਰ ਜਿਸ ਦੇ ਕੋਲ ਹਵਾਈ ਅੱਡਾ ਹੋਣ ਦਾ ਮਾਣ ਪ੍ਰਾਪਤ ਹੈ ਉਸ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਜਿੱਥੇ ਕੋਵਿਡ ਮਹਾਮਾਰੀ ਨੇ ਏਵੀਏਸ਼ਨ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਇਸ ਪਰਿਵਾਰ ਵੱਲੋਂ ਹੈਲਥੀਆ 에ਅਰਪੋਰਟ ਬਣਾ ਕੇ ਮੁੜ ਜੀਟੀਏ ਵਾਸੀਆਂ ਦਾ ਵਿਸ਼ਵਾਸ ਜਿੱਤਿਆ ਜਾ ਰਿਹਾ ਹੈ। The city, and they've done an incredible job wherein it comes to the travel. We cannot always avoid the travel. What we can do is make sure that we have a travel which is safe. I'm here with Laurie, who is the director with Greater Toronto Airport Authority. Laurie, I've seen a lot of things you've done, whether it's a touchless entry or printing your boarding pass. Even your air quality has been better than or sometime equal to the hospital. No problem. So to the people who are watching, what's your message? Thank you so much, and we appreciate you coming out to learn more about what we're doing here at the airport. Toronto Pearson last year served 50 million passengers, and as a result of COVID, obviously, that's been declines. We're about 10% of our normal traffic. We're working very hard to make sure that the airport is a safe and healthy place, both for the workers that work here and people that are still traveling. Everyone has to wear a mask. We're managing social distancing. We've increased all of our cleaning. We're trialing lots of technologies, UV lighting. We have a robot that's cleaning our floors. You're going to get your temperature checked before you get on a plane. You're going to get asked questions when you depart on your way back to Canada, and we're rebuilding that confidence for people to travel again. Thanks, Laurie. And as you can see, I mean, their revenue has been very, very down, but at the same time, we made a lot of investment into the airport so that we are safe. The safety, the health, and the well-being of the Ontarians and everybody who comes to Ontario
has been an important for Greater Toronto Airport Authority. Through this, I want to say, if you're coming to the airport, please make sure you follow the guidelines which they have provided so that together we can go back to a new normal as soon as possible. ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।